ਮੈਂ ਉਮਰ ਵਿੱਚ 13 ਸਾਲ ਦੀ ਹਾਂ। ਮੇਰੇ ਦਾਦਾ ਜੀ ਹਵੇਲੀ ਦੇ ਇੱਕ ਗੰਦੇ ਕਮਰੇ ਵਿੱਚ ਬਿਮਾਰ ਔਰਤਾਂ ਨੂੰ ਭੇਜਦੇ ਸੀ ਤੇ 7 ਦਿਨ ਬਾਅਦ ਉਹ ਬਿਲਕੁਲ ਸਹੀ ਸਲਾਮਤ ਬਾਹਰ ਆਉਂਦੀਆਂ ਸੀ। ਦਾਦਾ ਜੀ ਸਿਰਫ ਔਰਤਾਂ ਦਾ ਇਲਾਜ ਕਰਦੇ ਸੀ। ਮੈਂ ਕਮਰੇ ਵਿੱਚ ਜਾਣ ਲੱਗੀ ਤਾਂ ਮੰਮੀ ਨੇ ਪਕੜ ਕੇ ਮੈਨੂੰ ਬਹੁਤ ਮਾਰਿਆ ਤੇ ਕਿਹਾ, ਖਬਰਦਾਰ ਅੱਗੇ ਤੋਂ ਇਸ ਕਮਰੇ ਦੇ ਕੋਲ ਵੀ ਗਈ ਤਾਂ ਤੈਨੂੰ ਦੇਖਿਆ ਤਾਂ ਤੇਰੀਆਂ ਟੰਗਾਂ ਤੋੜ ਦਿਆਂਗੀ। ਇੱਕ ਰਾਤ ਮੈਂ ਬਹੁਤ ਬਿਮਾਰ ਹੋ ਗਈ। ਮੈਂ ਸੋਚਿਆ ਦਾਦਾ ਜੀ ਦੇ ਉਸ ਕਮਰੇ ਵਿੱਚ ਜਾਂਦੀ ਹਾਂ, ਮੈਂ ਠੀਕ ਹੋ ਜਾਵਾਂਗੀ, ਕਿਉਂਕਿ ਉੱਥੇ ਤਾਂ ਮੇਰਾ ਨਾਮ ਰੂਈ ਹੈ। ਮੇਰੀ ਉਮਰ 13 ਸਾਲ ਦੀ ਹੈ। ਮੇਰੇ ਦਾਦਾ ਜੀ ਪਿੰਡ ਦੇ ਛੋਟੇ ਜਿਹੇ ਡਾਕਟਰ ਸੀ। ਸਾਡੀ ਬਹੁਤ ਵੱਡੀ ਹਵੇਲੀ ਸੀ, ਪਰ ਉਸ ਵਿੱਚ ਇੱਕ ਅਜਿਹਾ ਕਮਰਾ ਸੀ ਜਿੱਥੇ ਜਾਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਸੀ। ਮੇਰੀ ਉਮਰ ਉਸ ਸਮੇਂ ਬਹੁਤ ਥੋੜ੍ਹੀ ਸੀ, ਇਸ ਲਈ ਮੇਰੇ ਦਿਲ ਵਿੱਚ ਹਮੇਸ਼ਾ ਇਹ ਜਾਣਨ ਦੀ ਇੱਛਾ ਹੁੰਦੀ ਸੀ ਕਿ ਆਖਰ ਉਸ ਕਮਰੇ ਵਿੱਚ ਕੀ ਹੈ। ਉਹ ਕਮਰਾ ਮੇਰੇ ਦਾਦਾ ਜੀ ਦਾ ਸੀ, ਜਿੱਥੇ ਕਿਸੇ ਨੂੰ ਆਉਣ ਜਾਣ ਨਹੀਂ ਦਿੱਤਾ ਜਾਂਦਾ ਸੀ, ਬਲਕਿ ਬਹੁਤ ਵੱਡਾ ਹਾਲ ਸੀ ਜਿਸ ਵਿੱਚ ਬਹੁਤ ਵੱਡਾ ਦਰਵਾਜ਼ਾ ਲੱਗਿਆ ਹੋਇਆ ਸੀ। ਮੈਂ ਸਾਰੇ ਘਰ ਵਿੱਚ ਇੱਧਰ ਉੱਧਰ ਘੁੰਮਦੀ ਫਿਰਦੀ ਰਹਿੰਦੀ। ਮੈਂ 5 ਭਰਾਵਾਂ ਦੀ ਇਕਲੌਤੀ ਭੈਣ ਸੀ, ਇਸ ਲਈ ਸਭ ਦੀ ਲਾਡਲੀ ਸੀ, ਪਰ ਉਸ ਕਮਰੇ ਕੋਲ ਮੈਨੂੰ ਜਾਣ ਦੀ ਇਜਾਜ਼ਤ ਨਹੀਂ ਸੀ। ਮੇਰੀ ਮੰਮੀ ਮੈਨੂੰ ਕਹਿੰਦੀ ਸੀ, ਤੂੰ ਉਸ ਕਮਰੇ 'ਚ ਕਦੇ ਵੀ ਨਹੀਂ ਜਾਣਾ, ਇਹ ਗੰਦਾ ਕਮਰਾ ਹੈ। ਉਸ ਕਮਰੇ ਵਿੱਚ ਫਾਲਤੂ ਸਮਾਨ ਰੱਖਿਆ ਜਾਂਦਾ ਹੈ। ਜੇਕਰ ਉਸ ਕਮਰੇ ਵਿੱਚ ਫਾਲਤੂ ਸਮਾਨ ਰੱਖਿਆ ਜਾਂਦਾ ਸੀ ਤਾਂ ਮੇਰੇ ਦਾਦਾ ਜੀ ਉਸ ਕਮਰੇ ਵਿੱਚ ਔਰਤਾਂ ਨੂੰ ਕਿਉਂ ਭੇਜਦੇ ਸੀ ਅਤੇ 7 ਦਿਨ ਤੱਕ ਔਰਤਾਂ ਬਾਹਰ ਕਿਉਂ ਨਹੀਂ ਆਉਂਦੀਆਂ ਸੀ। 7 ਦਿਨ ਬਾਅਦ ਜਦੋਂ ਔਰਤਾਂ ਬਾਹਰ ਆਉਂਦੀਆਂ ਤਾਂ ਆਪਣੇ ਘਰ ਨੂੰ ਚਲੀਆਂ ਜਾਂਦੀਆਂ। 7 ਦਿਨ ਲਈ ਖਾਣਾ ਉਹਨਾਂ ਦਾ ਉਸੇ ਕਮਰੇ ਵਿੱਚ ਹੀ ਭੇਜਿਆ ਜਾਂਦਾ ਸੀ। ਜੇਕਰ ਉਸ ਕਮਰੇ ਵਿੱਚ ਕੁਝ ਨਹੀਂ ਸੀ ਤਾਂ 7 ਦਿਨ ਤੱਕ ਔਰਤਾਂ ਉੱਥੇ ਕੀ ਕਰਦੀਆਂ ਸੀ। 7 ਦਿਨ ਬਾਅਦ ਔਰਤਾਂ ਬਿਲਕੁਲ ਸਹੀ ਸਲਾਮਤ ਬਾਹਰ ਆ ਜਾਂਦੀਆਂ, ਜਦੋਂ ਕਿ ਮੇਰੀ ਮੰਮੀ ਮੈਨੂੰ ਡਰਾਇਆ ਕਰਦੀ ਸੀ ਕਿ ਜੇ ਤੂੰ ਉੱਥੇ ਗਈ ਤਾਂ ਤੈਨੂੰ ਸੱਟ ਲੱਗ ਜਾਵੇਗੀ ਅਤੇ ਕੁਝ ਹੋ ਜਾਵੇਗਾ। ਇੱਕ ਦਿਨ ਮੈਨੂੰ ਸਵੇਰੇ ਸਵੇਰੇ ਕਿਸੇ ਔਰਤ ਦੇ ਰੋਣ ਦੀ ਆਵਾਜ਼ ਆਈ। ਮੈਂ ਦੇਖਿਆ ਕਿ ਮੇਰੇ ਦਾਦਾ ਜੀ ਵਿਹੜੇ ਵਿੱਚ ਬੈਠੇ ਸੀ ਅਤੇ ਉਹ ਮੇਰੇ ਦਾਦਾ ਜੀ ਦੇ ਪੈਰਾਂ ਵਿੱਚ ਬੈਠੀ ਸੀ। ਉਹ ਕਹਿ ਰਹੀ ਸੀ ਕਿ ਤੁਸੀਂ ਮੈਨੂੰ ਇਸ ਕਮਰੇ ਵਿੱਚ ਭੇਜ ਦਿਓ, ਤੁਹਾਨੂੰ ਉੱਪਰ ਵਾਲੇ ਦਾ ਵਾਸਤਾ ਹੈ। ਮੈਂ ਬਹੁਤ ਪਰੇਸ਼ਾਨ ਹਾਂ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਦਾਦਾ ਜੀ ਨੇ ਕਿਹਾ, ਬੇਟੀ ਗੱਲ ਨੂੰ ਸਮਝੋ, ਮੈਂ ਤੁਹਾਨੂੰ ਨਾਂਹ ਨਹੀਂ ਕਰ ਰਿਹਾ, ਤੁਸੀਂ ਅਗਲੇ ਹਫ਼ਤੇ ਆਉਣਾ। ਉਹ ਕਹਿਣ ਲੱਗੀ ਕਿ ਮੈਨੂੰ ਅੱਜ ਹੀ ਇਜਾਜ਼ਤ ਮਿਲੀ ਹੈ, ਅਗਲੇ ਹਫ਼ਤੇ ਮੈਨੂੰ ਇਜਾਜ਼ਤ ਨਹੀਂ ਮਿਲੇਗੀ। ਮੇਰੇ ਘਰ ਅਗਲੇ ਹਫ਼ਤੇ ਮਹਿਮਾਨ ਆਉਣ ਵਾਲੇ ਹਨ ਅਤੇ ਮੈਂ ਘਰ ਤੋਂ ਬਾਹਰ ਨਹੀਂ ਨਿਕਲ ਸਕਦੀ। ਕਿਰਪਾ ਕਰਕੇ ਮੈਨੂੰ ਅੱਜ ਹੀ ਉਸ ਕਮਰੇ ਵਿੱਚ ਜਾਣ ਦਿਓ। ਮੈਂ ਘਰ ਦੇ ਅੰਦਰ ਖੜੀ ਸੀ, ਪਰ ਮੈਨੂੰ ਸਾਰੀ ਆਵਾਜ਼ ਸੁਣਾਈ ਦੇ ਰਹੀ ਸੀ। ਮੈਂ ਚੋਰੀ ਛਿਪੇ ਇਹ ਸਭ ਦੇਖ ਰਹੀ ਸੀ। ਫਿਰ ਉਹ ਉੱਚੀ ਉੱਚੀ ਚੀਕਣਾ ਸ਼ੁਰੂ ਕਰ ਦਿੰਦੀ ਹੈ। ਦਾਦਾ ਜੀ ਨੇ ਕਿਹਾ ਕਿ ਉੱਚੀ ਰੌਲਾ ਨਾ ਕਰੋ, ਮੈਂ ਤੁਹਾਡੀ ਜਗ੍ਹਾ ਬਣਵਾਉਣ ਦੀ ਕੋਸ਼ਿਸ਼ ਕਰਦਾ ਹਾਂ। ਆਖਿਰਕਾਰ ਜਗ੍ਹਾ ਬਣਾਉਣ ਤੋਂ ਕੀ ਮਤਲਬ ਸੀ ਕਿ ਉਹ ਹਾਲ ਔਰਤਾਂ ਨਾਲ ਭਰਿਆ ਹੋਇਆ ਸੀ। ਉੱਥੇ ਅਜਿਹਾ ਕੀ ਸੀ ਕਿ ਇੱਕ ਹੋਰ ਔਰਤ ਲਈ ਵੀ ਜਗ੍ਹਾ ਨਹੀਂ ਸੀ। ਮੈਂ ਇਹ ਸਭ ਸੋਚ ਰਹੀ ਸੀ, ਮੈਨੂੰ ਕਿਸੇ ਨੇ ਪਿੱਛੋਂ ਸਿਰ 'ਤੇ ਥੱਪੜ ਮਾਰਿਆ। ਮੈਂ ਦੇਖਿਆ ਤਾਂ ਪਿੱਛੇ ਮੰਮੀ ਖੜੀ ਸੀ। ਮੰਮੀ ਨੇ ਕਿਹਾ, ਤੂੰ ਇੱਥੇ ਕੀ ਕਰ ਰਹੀ ਹੈ, ਤੈਨੂੰ ਮਨਾ ਕੀਤਾ ਸੀ। ਮੈਂ ਕਿਹਾ, ਮੈਂ ਕੁਝ ਨਹੀਂ ਕਰ ਰਹੀ ਸੀ ਮੰਮੀ, ਹਮੇਸ਼ਾ ਮੈਨੂੰ ਉਸ ਕਮਰੇ ਵਿੱਚ ਜਾਣ ਤੋਂ ਰੋਕਦੀ ਸੀ। ਮੈਂ ਆਪਣੀ ਮਾਂ ਨੂੰ ਕਿਹਾ ਕਿ ਮੇਰਾ ਭਰਾ ਸਭ ਉੱਧਰ ਜਾਂਦੇ ਹਨ, ਤੁਸੀਂ ਮੈਨੂੰ ਹੀ ਕਿਉਂ ਰੋਕਦੇ ਹੋ। ਤਾਂ ਮੇਰੀ ਮਾਂ ਨੇ ਕਿਹਾ, ਤੂੰ ਹਰ ਜਗ੍ਹਾ ਨਹੀਂ ਜਾ ਸਕਦੀ, ਪਰ ਇਨਸਾਨ ਦੀ ਫਿਤਰਤ ਹੁੰਦੀ ਹੈ, ਜਿਸ ਕੰਮ ਤੋਂ ਰੋਕਿਆ ਜਾਂਦਾ ਹੈ ਉਹ ਇਨਸਾਨ ਦੁਬਾਰਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਮੈਂ ਵੀ ਇਹੀ ਸੋਚਿਆ ਸੀ ਅਤੇ ਮੈਂ ਇਰਾਦਾ ਬਣਾ ਲਿਆ ਅਤੇ ਸੋਚ ਲਿਆ ਕਿ ਮੈਂ ਉਸ ਕਮਰੇ ਵਿੱਚ ਜਾ ਕੇ ਦੇਖਾਂਗੀ ਕਿ ਅਜਿਹਾ ਉੱਥੇ ਕੀ ਹੈ ਜੋ ਮੈਨੂੰ ਜਾਣ ਨਹੀਂ ਦਿੱਤਾ ਜਾਂਦਾ। ਇੱਕ ਦਿਨ ਮੇਰੀ ਦੋਸਤ ਦਾ ਫੋਨ ਆਇਆ ਕਿ ਮੈਂ ਤੇਰੇ ਘਰ ਆ ਰਹੀ ਹਾਂ, ਸਾਰਾ ਦਿਨ ਖੇਡਾਂਗੇ। ਮੈਂ ਕਿਹਾ, ਆ ਜਾਣਾ। ਉਹ ਮੇਰੇ ਘਰ ਆ ਗਈ ਤਾਂ ਮੈਂ ਉਸਨੂੰ ਕਿਹਾ, ਤੈਨੂੰ ਕਿੰਝ ਇਜਾਜ਼ਤ ਮਿਲ ਗਈ ਮੇਰੇ ਘਰ ਆਉਣ ਲਈ। ਤਾਂ ਉਸਨੇ ਕਿਹਾ, ਮੇਰੀ ਮੰਮੀ 7 ਦਿਨ ਲਈ ਦੂਸਰੇ ਸ਼ਹਿਰ ਇਲਾਜ ਕਰਵਾਉਣ ਗਈ ਹੈ, ਪਾਪਾ ਸੁਬਾਹ ਕੰਮ 'ਤੇ ਚਲੇ ਜਾਂਦੇ ਹਨ ਤਾਂ ਮੌਕਾ ਵੇਖ ਆ ਗਈ। ਹੁਣ 7 ਦਿਨ ਲਈ ਮੈਂ ਤੇਰੇ ਘਰ ਆ ਜਾਊਂਗੀ ਖੇਡਣ ਲਈ। ਜਦੋਂ ਤੱਕ ਮੰਮੀ ਘਰ ਨਹੀਂ ਆ ਜਾਂਦੀ, ਮੈਂ ਆਪਣੀ ਦੋਸਤ ਨੂੰ ਕਿਹਾ, ਫਿਰ ਤਾਂ 7 ਦਿਨ ਲਈ ਲੱਗਦਾ ਹੈ ਤੇਰੀ ਮੰਮੀ ਸਾਡੇ ਘਰ ਹੋਵੇਗੀ। ਉਹ ਹੈਰਾਨ ਹੋ ਗਈ ਅਤੇ ਬੋਲੀ, ਮੇਰੀ ਮੰਮੀ ਤੁਹਾਡੇ ਘਰ ਕਿਉਂ ਆਵੇਗੀ, ਉਹ ਤਾਂ ਕਿਸੇ ਦੂਸਰੇ ਸ਼ਹਿਰ ਗਈ ਹੈ ਇਲਾਜ ਕਰਵਾਉਣ ਲਈ। ਮੈਂ ਕਿਹਾ, ਉਹਨਾਂ ਤੇਰੇ ਨਾਲ ਝੂਠ ਬੋਲਿਆ ਹੈ। ਅੱਜ ਕੱਲ੍ਹ ਜੋ ਵੀ ਔਰਤ 7 ਦਿਨ ਲਈ ਘਰ ਤੋਂ ਫਰਾਰ ਹੈ ਉਹ ਸਾਡੇ ਘਰ ਆਉਂਦੀ ਹੈ। ਮੇਰੇ ਦਾਦਾ ਜੀ ਉਸ ਦਾ ਇਲਾਜ ਕਰਦੇ ਹਨ। ਮੈਂ ਕਿਹਾ, ਉਹ ਕਮਰਾ ਦੇਖ ਰਹੀ ਹੈ ਇਲਾਜ ਲਈ। ਦਾਦਾ ਜੀ ਉੱਥੇ ਉਹਨਾਂ ਨੂੰ ਛੱਡ ਦਿੰਦੇ ਹਨ ਅਤੇ ਖਾਣਾ ਪੀਣਾ ਸਭ ਉੱਥੇ ਭੇਜਿਆ ਜਾਂਦਾ ਹੈ, ਬਾਕੀ ਜ਼ਰੂਰਤ ਦੀਆਂ ਚੀਜ਼ਾਂ ਵੀ। ਮੇਰੀ ਦੋਸਤ ਕਹਿਣ ਲੱਗੀ, ਮੈਨੂੰ ਮੰਮੀ ਦੀ ਬਹੁਤ ਯਾਦ ਆ ਰਹੀ ਹੈ, ਚਲੋ ਅੰਦਰ ਚੱਲਦੇ ਹਾਂ। ਮੈਂ ਮਿਲ ਲੈਂਦੀ ਹਾਂ। ਮੈਂ ਕਿਹਾ, ਇੰਨੀ ਵੀ ਕਿਸਮਤ ਨਹੀਂ ਵਧੀਆ ਆਪਣੀ।
ਉੱਥੇ ਕਿਸੇ ਬੱਚੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ। ਮੇਰੀ ਦੋਸਤ ਕਹਿਣ ਲੱਗੀ, ਤਾਂ ਕੀ ਹੋਇਆ ਜੇ ਸਾਨੂੰ ਜਾਣ ਨਹੀਂ ਦਿੰਦੇ? ਅਸੀਂ ਚਲੇ ਜਾਵਾਂਗੇ, ਆਪਾਂ ਕਿਹੜਾ ਸਾਹਿਬ ਨੂੰ ਦੱਸਣਾ ਹੈ ਕਿ ਅਸੀਂ ਅੰਦਰ ਜਾ ਰਹੇ ਹਾਂ। ਮੈਂ ਕਿਹਾ, ਹਾਂ ਤੂੰ ਸਹੀ ਕਹਿ ਰਹੀ ਹੈ, ਪਰ ਜੇ ਫੜੇ ਗਏ ਤਾਂ ਬਹੁਤ ਬੇਇੱਜ਼ਤੀ ਹੋਊਗੀ। ਉਸਨੇ ਕਿਹਾ ਕਿ ਕੁਝ ਨਹੀਂ ਹੁੰਦਾ, ਵੱਧ ਤੋਂ ਵੱਧ ਕੁੱਟਣਗੇ, ਜਾਨ ਤੋਂ ਥੋੜ੍ਹੀ ਮਾਰ ਦੇਣਗੇ। ਬਸ ਮੈਂ ਆਪਣੀ ਮਾਂ ਨੂੰ ਮਿਲਣਾ ਹੈ ਤੇ ਗੱਲ ਕਰਨੀ ਹੈ ਕਿ ਉਹਨਾਂ ਨੂੰ ਕਿਹੜੀ ਬਿਮਾਰੀ ਹੈ ਕਿ ਉਹ 7 ਦਿਨ ਲਈ ਬਾਹਰ ਚਲੇ ਗਏ ਸਾਨੂੰ ਛੱਡ ਕੇ। ਉਸਨੇ ਕਿਹਾ, ਮੇਰੇ ਨਾਲ ਚੱਲ ਤੇ ਮੈਂ ਤੇਰੀ ਮਦਦ ਕਰਦੀ ਹਾਂ। ਮੈਂ ਉਸ ਦੇ ਕਹਿਣ 'ਤੇ ਕਮਰੇ ਕੋਲ ਚਲੀ ਗਈ ਤੇ ਪੌੜੀ ਲਾ ਅੰਦਰ ਜਾਣ ਦੀ ਕੋਸ਼ਿਸ਼ ਕਰਨ ਲੱਗੀ। ਮੇਰੀ ਦੋਸਤ ਪੌੜੀ ਫੜੀ ਖੜੀ ਸੀ ਅਤੇ ਮੈਂ ਉੱਪਰ ਚੜ੍ਹ ਰਹੀ ਸੀ। ਮੈਂ ਅੰਦਰ ਝਾਕਣ ਹੀ ਲੱਗੀ ਸੀ ਕਿ ਮੇਰੇ ਕੰਨਾਂ ਵਿੱਚ ਕੁਝ ਸੁਣਿਆ। ਇਹ ਮੇਰੀ ਮਾਂ ਦੀ ਆਵਾਜ਼ ਸੀ ਜੋ ਮੇਰੇ ਦੋਸਤ ਨੂੰ ਗੁੱਸੇ ਹੋ ਰਹੀ ਸੀ ਅਤੇ ਹੋਰ ਦੋਸਤ ਨੂੰ ਵੀ ਮਾਰ ਰਹੀ ਸੀ। ਮੇਰੀ ਮਾਂ ਨੇ ਮੈਨੂੰ ਦੇਖਿਆ ਅਤੇ ਪੌੜੀ ਨੂੰ ਹਿਲਾਉਣ ਲੱਗ ਪਈ ਤੇ ਕਹਿਣ ਲੱਗੀ, ਜਲਦੀ ਥੱਲੇ ਆ ਜਾ, ਨਹੀਂ ਤਾਂ ਡੇਗ ਦੇਵਾਂਗੀ। ਮੈਂ ਜਲਦੀ ਥੱਲੇ ਆ ਗਈ ਤੇ ਮੰਮੀ ਨੇ ਸਾਨੂੰ ਦੋਨਾਂ ਨੂੰ ਚੰਗੀ ਤਰ੍ਹਾਂ ਕੁੱਟਿਆ ਤੇ ਉਸ ਨੂੰ ਉਸ ਦੇ ਘਰ ਭੇਜ ਦਿੱਤਾ। ਜਦੋਂ ਸ਼ਾਮ ਨੂੰ ਪਾਪਾ ਘਰ ਆਏ ਤਾਂ ਮੰਮੀ ਨੇ ਪਾਪਾ ਨੂੰ ਇਹ ਗੱਲ ਦੱਸੀ ਤਾਂ ਪਾਪਾ ਨੇ ਵੀ ਮੈਨੂੰ ਝਿੜਕਿਆ। ਅੱਜ ਤੱਕ ਜਦੋਂ ਵੀ ਮੇਰੀ ਮਾਂ ਪਾਪਾ ਕੋਲ ਮੇਰੀ ਸ਼ਿਕਾਇਤ ਕਰਦੀ ਸੀ ਤਾਂ ਪਾਪਾ ਕਹਿੰਦੇ ਸੀ ਕਿ ਇਹ ਮੇਰੀ ਲਾਡਲੀ ਧੀ ਹੈ ਤੇ ਇਸ ਨੂੰ ਕੁਝ ਨਾ ਕਿਹਾ ਕਰ, ਇਸ ਨੂੰ ਜੋ ਮਰਜ਼ੀ ਕਰਨ ਦੇ। ਪਰ ਅੱਜ ਪਹਿਲੀ ਵਾਰ ਉਸ ਕਮਰੇ ਕਰਕੇ ਪਾਪਾ ਨੇ ਮੇਰੇ ਵੱਲ ਗੁੱਸੇ ਵਾਲੀ ਅੱਖਾਂ ਕੱਢੀਆਂ ਤੇ ਦੇਖਿਆ ਸੀ। ਕਿਹਾ, ਅੱਗੇ ਤੋਂ ਤੂੰ ਉਸ ਕਮਰੇ ਨੇੜੇ ਨਹੀਂ ਜਾਵੇਂਗੀ ਤੇ ਨਾ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਜਿੰਨਾ ਮੈਨੂੰ ਉਹ ਰੋਕ ਰਹੇ ਸਨ, ਉਨੀ ਹੀ ਜਿੱਦ ਮੇਰੇ ਅੰਦਰ ਵੱਧ ਰਹੀ ਸੀ ਸੱਚ ਜਾਣਨ ਲਈ। ਇੱਕ ਦਿਨ ਮੈਂ ਉਸ ਕਮਰੇ ਵਿੱਚ ਚੀਕਾਂ ਸੁਣੀਆਂ। ਔਰਤ ਚੀਕ ਰਹੀ ਸੀ, ਮੈਨੂੰ ਬਾਹਰ ਜਾਣ ਦਿਓ, ਮੈਂ ਇੱਥੇ ਨਹੀਂ ਰਹਿਣਾ ਚਾਹੁੰਦੀ, ਮੈਂ ਇਹ ਕੰਮ ਨਹੀਂ ਕਰਨਾ ਚਾਹੁੰਦੀ। ਅਤੇ ਮੇਰੇ ਦਾਦਾ ਜੀ ਵੀ ਗੁੱਸੇ 'ਚ ਬੋਲ ਰਹੇ ਸੀ ਕਿ ਹੁਣ ਜੇਕਰ ਆਈ ਹੈ ਤਾਂ ਤੈਨੂੰ ਇਹ ਕੰਮ ਕਰਨਾ ਪਵੇਗਾ, ਤੇਰੇ ਕਰਕੇ ਮੈਂ 4 ਔਰਤਾਂ ਨੂੰ ਨਾ ਕਰੀ ਹੈ। ਇੱਥੋਂ ਨਿਕਲਣਾ ਹੁਣ ਮੁਸ਼ਕਿਲ ਹੈ, ਇੱਥੇ ਜਗ੍ਹਾ ਮੁਸ਼ਕਿਲ ਨਾਲ ਮਿਲਦੀ ਹੈ। ਹੁਣ ਤੂੰ ਆਪਣਾ ਮਨ ਨਹੀਂ ਬਦਲ ਸਕਦੀ, ਤੂੰ ਆਪਣੀ ਮਰਜ਼ੀ ਨਾਲ ਹੀ ਆਈ ਹੈ ਇੱਥੇ। ਉਹ ਔਰਤ ਰੋਣ ਲੱਗੀ ਅਤੇ ਮੈਂ ਸੋਚਣ ਲੱਗੀ, ਇਸ ਕਮਰੇ 'ਚ ਕੀ ਹੈ। ਇੱਕ ਵਾਰ ਮੈਂ ਰਾਤ ਨੂੰ ਆਪਣੇ ਕਮਰੇ ਵਿੱਚ ਸੋ ਰਹੀ ਸੀ ਤਾਂ ਅਚਾਨਕ ਮੈਂ ਡਰ ਗਈ ਤੇ ਉੱਚੀ ਚੀਕਣ ਲੱਗ ਪਈ। ਮੇਰੇ ਮਾਤਾ ਪਿਤਾ ਜੀ ਵੀ ਜਾਗ ਗਏ। ਮੈਂ ਆਪਣੀ ਮੰਮੀ ਦੀ ਗੱਲ ਲੱਗ ਗਈ ਤੇ ਰੋਣ ਲੱਗ ਪਈ। ਮੇਰੇ ਪਿਤਾ ਜੀ ਨੇ ਪੁੱਛਿਆ, ਕੀ ਹੋਇਆ ਇਸ ਨੂੰ? ਮੇਰੀ ਮਾਂ ਨੇ ਕਿਹਾ ਕਿ ਹਮੇਸ਼ਾ ਉਸ ਕਮਰੇ ਦੇ ਆਲੇ ਦੁਆਲੇ ਘੁੰਮਦੀ ਰਹਿੰਦੀ ਹੈ ਤਾਂ ਇਸਨੇ ਅੰਦਰ ਤਾਂ ਨਹੀਂ ਕੁਝ ਦੇਖ ਲਿਆ। ਮੰਮੀ ਤੇ ਪਾਪਾ ਦੀਆਂ ਅੱਖਾਂ ਵਿੱਚ ਅਜੀਬ ਜਿਹਾ ਡਰ ਸੀ। ਪਾਪਾ ਨੇ ਕਿਹਾ ਕਿ ਜੇਕਰ ਇਹ ਗੱਲ ਹੈ ਤਾਂ ਇਹ ਬਿਲਕੁਲ ਚੰਗੀ ਗੱਲ ਨਹੀਂ, ਫਿਰ ਇਹ ਸਾਰੀ ਉਮਰ ਡਰ ਵਿੱਚ ਰਹੇਗੀ। ਮੈਂ ਉਹਨਾਂ ਦੀਆਂ ਸਭ ਗੱਲਾਂ ਸੁਣ ਰਹੀ ਸੀ। ਆਖਰਕਾਰ ਕੀ ਹੈ ਉਸ ਕਮਰੇ 'ਚ ਜਿਸ ਨੂੰ ਦੇਖ ਮੈਂ ਸਾਰੀ ਜ਼ਿੰਦਗੀ ਡਰਦੀ ਰਹਿੰਦੀ। ਫਿਰ ਮੈਂ ਸੋਚਿਆ ਸ਼ਾਇਦ ਉਹ ਮੈਨੂੰ ਨੇੜੇ ਰੱਖਣ ਲਈ ਅਜਿਹੀਆਂ ਗੱਲਾਂ ਕਹਿ ਰਹੇ ਹਨ। ਪਰ ਇੱਕ ਦਿਨ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ। ਜਦੋਂ ਮੈਂ ਆਪਣੀ ਮਾਂ ਨੂੰ ਦੱਸਿਆ ਤਾਂ ਉਹਨਾਂ ਕਿਹਾ ਕਿ ਉਹ ਮੈਨੂੰ ਦਵਾਈ ਦੇ ਦਿੰਦੇ ਹਨ ਤਾਂ ਮੈਂ ਠੀਕ ਹੋ ਜਾਵਾਂਗੀ। ਪਰ ਮਾਂ ਦੀ ਦਵਾਈ ਦਾ ਮੇਰੇ 'ਤੇ ਕੋਈ ਅਸਰ ਨਹੀਂ ਹੋ ਰਿਹਾ ਸੀ। ਮੇਰੇ ਪੇਟ ਵਿੱਚ ਬਹੁਤ ਦਰਦ ਹੋ ਰਿਹਾ ਸੀ। ਮੇਰੀ ਮਾਂ ਆਪਣੇ ਕੰਮ ਵਿੱਚ ਰੁੱਝੀ ਹੋਈ ਸੀ ਤੇ ਹੋਰ ਘਰ ਵਿੱਚ ਕੋਈ ਨਹੀਂ ਸੀ। ਮੈਂ ਸੋਚਿਆ ਉਸ ਕਮਰੇ ਦੀਆਂ ਔਰਤਾਂ ਠੀਕ ਹੋ ਜਾਂਦੀਆਂ ਹਨ। ਮੈਂ ਸੁਣਦੀ ਸੀ, ਕੁਝ ਕਹਿੰਦੀਆਂ ਸੀ ਸਾਡੀ 50 ਸਾਲ ਦੀ ਪੁਰਾਣੀ ਬਿਮਾਰੀ ਠੀਕ ਹੋ ਗਈ। ਮੈਨੂੰ ਤਾਂ ਸਿਰਫ ਪੇਟ ਦਾ ਦਰਦ ਸੀ। ਜੇਕਰ ਮੈਂ ਸਿਰਫ 1 ਘੰਟੇ ਲਈ ਉਸ ਕਮਰੇ ਚਲੀ ਜਾਵਾਂਗੀ ਤਾਂ ਮੇਰਾ ਪੇਟ ਸਹੀ ਹੋ ਜਾਵੇਗਾ ਤੇ ਇਹ ਹੀ ਵਧੀਆ ਬਹਾਨਾ ਹੈ ਸੱਚ ਜਾਣਨ ਦਾ। ਜੇ ਕੋਈ ਪੁੱਛਣਗੇ ਤਾਂ ਕਹਿ ਦਿਓ ਤਬੀਅਤ ਸਹੀ ਨਹੀਂ ਸੀ, ਇਸ ਲਈ ਉਸ ਕਮਰੇ 'ਚ ਗਈ। ਅੱਜ ਮੈਦਾਨ ਵੀ ਖਾਲੀ ਸੀ। ਅੱਜ ਮੈਨੂੰ ਰੋਕਣ ਵਾਲਾ ਵੀ ਕੋਈ ਨਹੀਂ ਸੀ। ਪਾਪਾ ਵੀ ਘਰ ਨਹੀਂ ਸੀ ਤੇ ਦਾਦਾ ਜੀ ਵੀ ਘਰ ਨਹੀਂ ਸਨ। ਘਰ ਦੇ ਕੁਝ ਨੌਕਰ ਵੀ ਛੁੱਟੀ 'ਤੇ ਸਨ। ਦੁਪਹਿਰ ਦਾ ਸਮਾਂ ਸੀ। ਮੰਮੀ ਆਪਣਾ ਕੰਮ ਕਰਨ ਤੋਂ ਬਾਅਦ ਕੁਝ ਦੇਰ ਲਈ ਸੌਂ ਗਈ ਸੀ ਅਤੇ ਮੇਰੇ ਕੋਲ ਸਿਰਫ ਇਹ ਸਮਾਂ ਸੀ। ਮੈਂ ਅੱਜ ਉਸ ਕਮਰੇ ਵਿੱਚ ਜਾ ਸਕਦੀ ਸੀ। ਮੈਂ ਬਹੁਤ ਆਰਾਮ ਨਾਲ ਪੌੜੀ ਗੇਟ 'ਤੇ ਰੱਖ ਦਿੱਤੀ ਅਤੇ ਆਰਾਮ ਨਾਲ ਉੱਪਰ ਚੜ੍ਹਨ ਲੱਗ ਗਈ ਤੇ ਦੂਸਰੀ ਸਾਈਡ ਉਤਰ ਗਈ। ਮੈਂ ਕਮਰੇ ਅੰਦਰ ਸੀ ਤੇ ਦਰਵਾਜ਼ੇ ਦੇ ਅੱਗੇ ਪਰਦਾ ਲੱਗਿਆ ਸੀ। ਮੈਂ ਪਰਦਾ ਪਾਸੇ ਕਰਿਆ ਤਾਂ ਸਾਹਮਣੇ ਹਨੇਰਾ ਸੀ, ਜਦੋਂ ਕਿ ਦਿਨ ਦਾ ਸਮਾਂ ਸੀ ਤੇ ਮੈਨੂੰ ਮਹਿਸੂਸ ਹੋਇਆ ਜਿਵੇਂ ਮੇਰੇ ਬਿਨਾਂ ਵੀ ਉਸ ਕਮਰੇ 'ਚ ਕੋਈ ਹੈ। ਮੈਂ ਇੱਧਰ ਉੱਧਰ ਦੇਖਣ ਲੱਗੀ, ਕਿਤੇ ਤਾਂ ਲਾਈਟ ਲੱਗੀ ਹੋਵੇਗੀ। ਕਮਰਾ ਬਹੁਤ ਵੱਡਾ ਸੀ। ਉੱਥੇ 10-12 ਕਮਰੇ ਬਣਾਏ ਜਾ ਸਕਦੇ ਸੀ। ਉੱਥੇ ਇੰਨੀ ਗੰਦੀ ਬਦਬੂ ਆ ਰਹੀ ਸੀ। ਮੈਂ ਨੱਕ 'ਤੇ ਹੱਥ ਰੱਖ ਲਿਆ ਤੇ ਜਲਦੀ ਬਲਬ ਦਾ ਬਟਨ ਲੱਭਣ ਲੱਗੀ ਤੇ ਆਖਿਰਕਾਰ ਮਿਲ ਹੀ ਗਿਆ। ਮੈਨੂੰ ਯਾਦ ਹੈ ਉੱਥੇ ਕਣਕ ਰੱਖੀ ਜਾਂਦੀ ਸੀ ਤੇ ਉਸ ਨੂੰ ਕਦੇ ਚੁੱਕਿਆ ਨਹੀਂ ਜਾਂਦਾ ਸੀ, ਜਿਸ ਕਰਕੇ ਬਦਬੂ ਆ ਰਹੀ ਸੀ। ਜਿਵੇਂ ਹੀ ਮੈਂ ਬਟਨ ਨੱਪਿਆ, ਲਾਈਟ ਜਗ ਪਈ ਤੇ ਸਾਹਮਣੇ ਵੇਖ ਮੇਰੀ ਰੂਹ ਕੰਬ ਗਈ ਤੇ ਮੈਂ ਡਰ ਨਾਲ ਹੱਥ ਪੈਰ ਕੰਬਣ ਲੱਗ ਗਏ। ਜੋ ਮੈਂ ਦੇਖ ਰਹੀ ਸੀ ਉਹ 13-14 ਸਾਲ ਦੀ ਬੱਚੀ ਲਈ ਖੌਫਨਾਕ ਸੀ। ਉਸ ਕਮਰੇ 'ਚ ਕੁਝ ਜਾਨਵਰ ਪਏ ਸੀ ਜੋ ਲਾਈਨ 'ਚ ਪਏ ਸੀ।
4-5 ਇੱਕ ਪਾਸੇ ਤੇ ਬਾਕੀ ਦੂਸਰੀ ਸਾਈਡ। ਉਹਨਾਂ ਜਾਨਵਰਾਂ ਦੇ ਸਿਰ ਔਰਤਾਂ ਦੀ ਤਰ੍ਹਾਂ ਸੀ ਤੇ ਜਿਸਮ ਗਊ ਦੀ ਤਰ੍ਹਾਂ। ਮੈਂ ਇਹ ਦੇਖ ਉੱਚੀ ਉੱਚੀ ਚੀਕਣ ਲੱਗੀ। ਉਹ ਸਭ ਇਕੱਠੀਆਂ ਬੋਲਣ ਲੱਗੀਆਂ, ਅਜਿਹੀ ਕੋਈ ਗੱਲ ਨਹੀਂ ਹੈ, ਡਰ ਨਾ। ਕਿਉਂ ਡਰ ਰਹੀ ਹੈ? ਉਹਨਾਂ ਨੂੰ ਬੋਲਦੇ ਦੇਖ ਮੈਂ ਹੋਰ ਡਰ ਗਈ ਤੇ ਬੇਹੋਸ਼ ਹੋ ਗਈ। ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਆਪਣੇ ਕਮਰੇ ਸੀ ਤੇ ਮੇਰੀ ਮਾਂ ਮੇਰੇ ਸਿਰਹਾਣੇ ਬੈਠ ਰੋ ਰਹੀ ਸੀ ਤੇ ਮੇਰੇ ਪਿਤਾ ਨਾਲ ਲੜ ਰਹੀ ਸੀ। ਤੁਹਾਡੇ ਪਿਤਾ ਇੱਦਾਂ ਦੇ ਕੰਮ ਕਿਉਂ ਕਰਦੇ ਹਨ? ਉਹ ਜ਼ਮਾਨਾ ਬੀਤ ਗਿਆ, ਹੁਣ ਅਜਿਹਾ ਕੰਮ ਕੌਣ ਕਰਦਾ ਹੈ? ਉਹ ਦੂਜਿਆਂ ਨੂੰ ਵੀ ਤੰਗ ਕਰਦੇ ਹਨ। ਜੇ ਉਹੋ ਜਿਹੀਆਂ ਚੀਜ਼ਾਂ ਘਰ ਵਿੱਚ ਰੱਖਾਂਗੇ ਤਾਂ ਬੱਚਿਆਂ ਦਾ ਧਿਆਨ ਉੱਧਰ ਤਾਂ ਜ਼ਰੂਰ ਜਾਵੇਗਾ। ਇਹ ਤਾਂ ਬੱਚਿਆਂ ਦੀ ਆਦਤ ਹੈ, ਜਿਸ ਕੰਮ ਤੋਂ ਰੋਕੋ ਉਹੀ ਕਰਦੇ ਹਨ। ਇਹ ਤਾਂ ਬੱਚੀ ਹੈ, ਇਸ ਦਾ ਕੀ ਕਸੂਰ ਹੈ? ਮੇਰੀ ਧੀ ਬਹੁਤ ਡਰੀ ਹੋਈ ਹੈ। ਜੇਕਰ ਡਰ ਦਾ ਕਾਰਨ ਇਸ ਨੂੰ ਕੁਝ ਹੋ ਜਾਂਦਾ ਤਾਂ ਉੱਥੇ ਹੀ ਮਰ ਜਾਂਦੀ ਤਾਂ ਆਪਾਂ ਕੀ ਕਰਦੇ? ਆਪਣੇ ਪਿਤਾ ਨੂੰ ਮਨਾ ਕਰ ਦਿਓ ਇਹ ਸਭ ਕਰਨ ਨੂੰ। ਹੁਣ ਇਹ ਸਭ ਕੋਈ ਨਹੀਂ ਕਰਦਾ। ਜੇਕਰ ਮੇਰੀ ਬੱਚੀ ਨੂੰ ਕੁਝ ਹੋ ਜਾਂਦਾ ਤਾਂ ਮੈਂ ਕਦੇ ਮਾफ़ ਨਹੀਂ ਕਰਨਾ ਸੀ। ਮੈਂ ਫਿਰ ਉੱਠੀ ਤੇ ਡਰਨ ਲੱਗ ਗਈ ਤੇ ਚੀਕਾਂ ਮਾਰਨ ਲੱਗ ਗਈ ਤੇ ਕਿਹਾ, ਉੱਥੇ ਗਾਵਾਂ ਦੇਖੀਆਂ ਜਿਨ੍ਹਾਂ ਦੇ ਸਿਰ ਔਰਤਾਂ ਵਾਲੇ ਸੀ ਤੇ ਮੈਂ ਕਿਹਾ ਮੈਂ ਉੱਥੇ ਨਹੀਂ ਰਹਿਣਾ। ਮੈਂ ਬਹੁਤ ਬਿਮਾਰ ਹੋ ਗਈ ਤੇ ਮੈਨੂੰ ਹਸਪਤਾਲ 'ਚ ਦਾਖਲ ਕਰਾ ਦਿੱਤਾ ਗਿਆ। ਥੋੜ੍ਹੇ ਦਿਨਾਂ ਬਾਅਦ ਮੈਂ ਨੋਰਮਲ ਹੋ ਗਈ ਤੇ ਘਰ ਆ ਗਈ। ਇੱਕ ਦਿਨ ਮੇਰੇ ਦਾਦਾ ਜੀ ਮੇਰੇ ਕੋਲ ਆਏ ਤੇ ਮੇਰੇ ਮੰਮੀ ਪਾਪਾ ਵੀ ਕੋਲ ਬੈਠੇ ਸੀ। ਮੇਰੇ ਦਾਦਾ ਜੀ ਨੇ ਕਿਹਾ, ਬੇਟਾ ਤੂੰ ਜਿਸ ਚੀਜ਼ ਤੋਂ ਡਰਦੀ ਹੈ ਮੈਂ ਤੈਨੂੰ ਉਸ ਬਾਰੇ ਦੱਸਣਾ ਚਾਹੁੰਦਾ ਹਾਂ। ਅਸੀਂ ਤੈਨੂੰ ਉਸ ਕਮਰੇ 'ਚ ਇਸ ਲਈ ਨਹੀਂ ਜਾਣ ਦਿੰਦੇ ਸੀ ਕਿਤੇ ਤੂੰ ਡਰ ਨਾ ਜਾਵੇਂ। ਤਾਂ ਦੇਖ ਉਹੀ ਹੋਇਆ। ਮੈਂ ਕਿਹਾ, ਦਾਦਾ ਜੀ ਉਹ ਸਭ ਕੀ ਸੀ? ਜੇ ਮੈਨੂੰ ਨਾ ਦੱਸਿਆ ਤਾਂ ਮੇਰੇ ਦਿਮਾਗ ਫਟ ਜਾਵੇਗਾ। ਮੇਰੇ ਦਾਦਾ ਜੀ ਨੇ ਕਿਹਾ, ਬੇਟਾ ਜੋ ਤੂੰ ਦੇਖਿਆ ਉਹ ਇੱਕ ਪੁਰਾਣਾ ਇਲਾਜ ਦਾ ਤਰੀਕਾ ਹੈ। ਉੱਥੇ ਕੋਈ ਗਾਂ ਨਹੀਂ ਸੀ, ਉਹ ਸਭ ਔਰਤਾਂ ਹੀ ਸੀ। ਅਸਲ ਵਿੱਚ ਜਿਸ ਆਦਮੀ ਨੂੰ ਬਹੁਤ ਪੁਰਾਣੀ ਬਿਮਾਰੀ ਹੁੰਦੀ ਹੈ, ਜਿਸ ਨੂੰ ਉਹ ਸਾਲਾਂ ਤੋਂ ਇਲਾਜ ਕਰਵਾ ਰਿਹਾ ਹੈ ਪਰ ਠੀਕ ਨਹੀਂ ਹੁੰਦੀ, ਤਾਂ ਉਸ ਨੂੰ ਵੱਡੇ ਜਾਨਵਰ ਦੀ ਖਲ 'ਚ 7 ਦਿਨ ਲਈ ਆਪਣੇ ਆਪ ਨੂੰ ਲਪੇਟ ਕੇ ਰੱਖਣਾ ਹੁੰਦਾ ਹੈ ਤੇ ਇੱਕ ਕਮਰੇ 'ਚ ਪਿਆ ਰਹਿਣਾ ਹੁੰਦਾ ਹੈ। 7 ਦਿਨ ਤੱਕ ਖਲ ਆਪਣੇ ਨਾਲ ਲਾ ਕੇ ਰੱਖਣੀ ਹੈ। ਇਹ ਤਰੀਕਾ ਬਿਲਕੁਲ ਵੀ ਆਸਾਨ ਨਹੀਂ। ਇਸ 'ਚੋਂ ਗੰਦੀ ਬਦਬੂ ਆਉਂਦੀ ਹੈ ਜੋ ਸਾਨੂੰ ਬਰਦਾਸ਼ਤ ਕਰਨੀ ਹੁੰਦੀ ਹੈ ਤੇ ਖਾਣਾ ਵੀ ਬਹੁਤ ਹਲਕਾ ਖਾਣਾ ਹੁੰਦਾ ਹੈ। ਜ਼ਿਆਦਾਤਰ ਇਸ ਨੂੰ ਲੋਕ ਨਹੀਂ ਕਰਦੇ। ਪੁਰਾਣੇ ਸਮਝ ਕਰਦੇ ਸੀ, ਹੁਣ ਲੋਕ ਇਸ ਤੋਂ ਦੂਰ ਹੋਣ ਲੱਗ ਗਏ ਹਨ ਕਿਉਂਕਿ ਇਹ ਆਸਾਨ ਕੰਮ ਨਹੀਂ ਹੈ। ਪਰ ਜੋ ਇਸ ਨੂੰ 7 ਦਿਨ ਲਈ ਝੇਲ ਲੈਂਦਾ ਹੈ ਤਾਂ ਸਮਝੋ ਉਸ ਨੇ ਨਵਾਂ ਜਨਮ ਲਿਆ। ਉਸ ਦੀਆਂ ਸਾਰੀਆਂ ਬਿਮਾਰੀਆਂ ਗਾਇਬ ਹੋ ਜਾਂਦੀਆਂ ਹਨ। ਇਸ ਲਈ ਮੈਂ ਪੁਰਾਣੇ ਨੁਕਤੇ ਨਾਲ ਹੀ ਸਭ ਦੀਆਂ ਬਿਮਾਰੀਆਂ ਦਾ ਇਲਾਜ ਕਰਦਾ ਹਾਂ। ਦੋਸਤੋ, ਮੇਰੇ ਦਾਦਾ ਜੀ ਇਸ ਤਰ੍ਹਾਂ ਇਲਾਜ ਕਰਦੇ ਸੀ। ਮੈਂ ਆਪਣੇ ਦਾਦਾ ਜੀ ਦੇ ਪਿੱਛੋਂ ਵੀ ਇਸ ਤਰ੍ਹਾਂ ਦੇ ਇਲਾਜ ਜਾਰੀ ਰੱਖਿਆ ਤੇ ਅੱਜ ਉਸ ਨੂੰ ਹਾਲ ਨੂੰ ਹਸਪਤਾਲ 'ਚ ਬਦਲ ਦਿੱਤਾ।